ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਜ਼ਨ 1469 ਵਿੱਚ ਤੁਹਾਡਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਹਮ ਹਿੰਦੂ ਨਹੀਂ। ਇਸ ਪ੍ਰੋਗਰਾਮ ਦੇ ਵਿੱਚ ਪਿਛਲੇ ਐਪੀਸੋਡ ਦੇ ਵਿੱਚ ਅਸੀਂ ਗੱਲ ਕੀਤੀ ਸੀ। ਇਸ ਪ੍ਰੋਗਰਾਮ ਦੇ ਪਿਛਲੇ ਐਪੀਸੋਡ ਦੇ ਵਿੱਚ ਜਿਹੜਾ ਹਿੰਦੂ ਔਰ ਸਿੱਖ ਹਿੰਦੂ ਵੀਰ ਦੇ ਸਵਾਲਾਂ ਦਾ ਔਰ ਸਿੱਖ ਦੇ ਜਵਾਬ ਦਾ ਇੱਕ ਸਿਲਸਿਲਾ ਚੱਲਿਆ ਆ ਰਿਹਾ, ਉਸੇ ਸਿਲਸਿਲੇ ਨੂੰ ਅੱਜ ਅੱਗੇ ਤੋਰਾਂਗੇ। ਅਤੇ ਪਿੱਛੇ ਇੱਕ ਸਵਾਲ ਸੀ ਕਿ ਜਿਹੜਾ ਹਿੰਦੂ ਵੀਰ ਨੇ ਕੀਤਾ ਸੀ ਕਿ ਜਿਹੜੇ ਹੈਗੇ ਆ ਗੁਰੂ ਸਾਹਿਬ ਦੇ, ਗੁਰੂ ਨਾਨਕ ਸਾਹਿਬ ਦੇ ਜਿਹੜੇ ਬਜ਼ੁਰਗ ਸੀ ਉਹ ਵੇਦ ਪੜ੍ਹਦੇ ਸੀ, ਕਿਉਂਕਿ ਉਹ ਵੇਦੀ ਕਹਾਏ ਨੇ। ਅਤੇ ਬਚਿੱਤਰ ਨਾਟਕ ਦਾ ਉਹਨਾਂ ਨੇ ਇੱਕ ਹਵਾਲਾ ਵੀ ਦਿੱਤਾ ਸੀ ਵੀ ਜਿਹਨੇ ਵੇਦ ਪੱਠਿਓ ਸੋ ਵੇਦੀ ਕਹਾਇਓ। ਇਹ ਵਾਲਾ ਹਵਾਲਾ ਦੇ ਕੇ ਉਹਨਾਂ ਨੇ ਸਵਾਲ ਕੀਤਾ, ਜਿਹਦਾ ਭਾਈ ਕਾਹਨ ਸਿੰਘ ਨਾਭਾ ਨੇ ਇੱਕ ਸਿੱਖ ਦੇ ਰੂਪ ਵਿੱਚ ਜਿਹੜਾ ਆਨਸਰ ਲਿਖਿਆ ਸੀ ਉਹ ਅਸੀਂ ਪਿਛਲੇ ਐਪੀਸੋਡ ਦੇ ਵਿੱਚ ਪੜ੍ਹਿਆ ਸੀ, ਅਤੇ ਹੋਰ ਕਿੰਨੇ ਸਵਾਲ ਜਿਹੜੇ ਸੀ ਪੜ੍ਹੇ ਸੀ। ਹੁਣ ਅੱਜ ਅਸੀਂ ਇੱਕ ਜਿਹੜਾ ਇਸੇ ਸਵਾਲ ਤੋਂ ਬਾਅਦ ਜਿਹੜਾ ਲਿਖਿਆ ਹੈ ਜਾਤੀ ਵਰਨ, 51 ਨੰਬਰ ਪੇਜ 'ਤੇ ਹੈ ਇਸ ਬੁੱਕ ਦੇ। ਜਾਤੀ ਵਰਨ ਦੇ ਵਿੱਚ ਇੱਕ ਬਹੁਤ ਖਾਸ ਜਾਣਕਾਰੀ ਜਿਹੜੀ ਦਿੱਤੀ ਗਈ ਹੈ ਕਿ ਕਿਹੋ ਜਿਹਾ ਸਟਰਕਚਰ ਸੀ ਗੁਰੂ ਸਾਹਿਬਾਨ ਤੋਂ ਪਹਿਲਾਂ। ਇੱਕ ਬ੍ਰਾਹਮਣ ਨੇ ਜਾਂ ਜਿਹੜੇ ਉਦੋਂ ਗ੍ਰੰਥ ਸੀ, ਜਿਹੜਾ ਮਨੂ ਸਿਮਰਤੀ ਸੀ, ਹੋਰ ਕਈ ਗ੍ਰੰਥ ਜਿਹੜੇ ਨੇ ਜਿਨ੍ਹਾਂ ਪਰਾਸਰ ਸੰਹਿਤਾ ਔਰ ਬ੍ਰਿਹਤ ਪਰਾਸਰ ਸੰਹਿਤਾ ਵਰਗੇ ਗ੍ਰੰਥ ਆ, ਉਹਨਾਂ ਦੇ ਵਿੱਚ ਇੱਕ ਜਿਹੜਾ ਇੱਕ ਸਿਸਟਮ ਬਣਾਇਆ ਗਿਆ ਸੀ, 4 ਵਰਨ ਜਿਹੜੇ ਬਣਾਏ ਗਏ ਸੀ ਅਤੇ 4 ਵਰਨਾਂ ਨੂੰ ਜਿਹੜੇ ਅਧਿਕਾਰ ਦਿੱਤੇ ਗਏ ਸੀ ਉਹਨਾਂ ਦੇ ਬਾਰੇ ਉਹਦੇ ਵਿੱਚ ਲਿਖਿਆ ਗਿਆ ਸੀ। ਅਤੇ ਬ੍ਰਾਹਮਣ ਦਾ ਕੀ ਪਦਵੀ ਸੀ ਉਹ ਬੜੇ, ਜਦੋਂ ਮੈਂ ਹੁਣ ਪੜ੍ਹੀ, ਇਹ ਪਹਿਲਾਂ ਪੜ੍ਹੀ ਸੀ ਅਤੇ ਮੈਂ ਬੜਾ ਹੈਰਾਨ ਹੋਇਆ। 4 ਵਰਨਾਂ ਦੀ ਅਜਿਹੀ ਵਿਵਸਥਾ ਦੇ ਵਿੱਚ ਉਹ ਸ਼ੂਦਰ ਜਿਹੜੀ ਜਾਤੀ ਸਭ ਤੋਂ ਨੀਵੇਂ ਵਾਲੀ ਸੀ, ਵੈਸ਼ ਔਰ ਸ਼ੂਦਰ ਜਿਹੜੇ ਸੀ ਉਹ ਕਿਵੇਂ ਰਹਿੰਦੇ ਹੋਣਗੇ, ਕਿੰਨਾ ਉਹਨਾਂ ਦਾ ਦੁਖਦਾਈ ਜੀਵਨ ਹੋਵੇਗਾ, ਔਰ ਸਦੀਆਂ ਤੋਂ ਚੱਲਿਆ ਆ ਰਿਹਾ ਸੀ। ਅਤੇ ਉਹ ਪੜ੍ਹਿਆ ਜਦੋਂ, ਥੋੜ੍ਹਾ ਜਿਹਾ ਇੱਕ ਨਮੂਨੇ ਮਾਤਰ ਭਾਈ ਕਾਹਨ ਸਿੰਘ ਨਾਭਾ ਨੇ ਲਿਖਿਆ ਹੈ ਵੀ ਤੁਹਾਡੇ ਦੇ ਵਿੱਚ ਤਾਂ ਇਹ ਜਾਤੀ ਵਰਨ ਹੈ ਕਿ ਸਿੱਖਾਂ ਦੇ ਵਿੱਚ ਇਹ ਜਿਹੜੀ ਚੀਜ਼ ਹੈ ਗੁਰੂ ਸਾਹਿਬ ਨੇ ਇਹਨੂੰ ਨਹੀਂ ਮੰਨਿਆ। ਅਤੇ ਉਹਦਾ ਇੱਕ ਹਵਾਲਾ ਦੇ ਕੇ ਵੀ ਇਸ ਕਰਕੇ ਇਸ ਤਰ੍ਹਾਂ ਜਾਤੀ ਵਰਨ ਨੂੰ ਮੰਨਦੇ ਨਹੀਂ, ਇਸ ਕਰਕੇ ਇਸ ਤਾਂ ਹਿੰਦੂ ਕਿਸੇ ਪਾਸੇ ਤੋਂ ਵੀ ਨਹੀਂ ਆ। ਅਸੀਂ ਇਹ ਸਾਰੇ ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨਾ ਦਿਸੇ ਬਾਹਰ, ਜੋ ਇਸ ਸਿਧਾਂਤ ਨੂੰ ਲੈ ਕੇ ਚੱਲਦੇ ਨੇ ਸਿੱਖ। ਅਤੇ ਉਹ ਫਿਰ ਜਿਹੜੀ ਗੱਲ ਹੈ ਜਦੋਂ ਮੈਂ ਪੜ੍ਹੀ ਹੈ ਤਾਂ ਬੜਾ ਹੈਰਾਨ ਹੋਇਆ। ਮੈਨੂੰ ਲੱਗਿਆ ਵੀ ਇਹ ਸਾਰੇ ਜਿਹੜੇ ਗ੍ਰੰਥ ਹੈ ਜੇ ਆਪਾਂ ਨੂੰ ਪੜ੍ਹੀਏ ਤਾਂ ਪਤਾ ਲੱਗੇਗਾ ਵੀ ਇਹ ਕਿਹੋ ਜਿਹਾ ਸਿਸਟਮ ਉਹ ਬਣਾ ਰੱਖਿਆ ਸੀ। ਕਿਉਂ ਗੁਰੂ ਸਾਹਿਬ ਨੂੰ ਇੱਕ ਵੱਖਰਾ, ਜੇ ਅਸੀਂ ਕਹਿੰਦੇ ਹਾਂ ਹਿੰਦੂਇਜ਼ਮ ਮੁਸਲਿਮ ਧਰਮ ਦੇ ਖਿਲਾਫ ਜੇ ਗੁਰੂ ਗੋਬਿੰਦ ਸਿੰਘ ਜੀ ਨੇ ਤਲਵਾਰ ਚੱਕੀ, ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਉਂ ਵੱਖ-ਵੱਖ ਸਥਾਨਾਂ 'ਤੇ ਜਾ ਕੇ, ਹਰਿਦੁਆਰ ਜਾ ਕੇ, ਵੱਖ-ਵੱਖ ਉਹਨਾਂ ਧਾਰਮਿਕ ਜੋਗੀਆਂ ਦੇ ਸਥਾਨਾਂ 'ਤੇ ਜਾ ਕੇ, ਉਹਨਾਂ ਦੇ ਸੈਂਟਰਾਂ 'ਤੇ ਜਾ ਕੇ ਉਹਨਾਂ ਨਾਲ ਵਿਚਾਰ ਵਟਾਂਦਰਾ ਕੀਤਾ, ਉਹਨਾਂ ਨੂੰ ਦੱਸਿਆ ਉਹਨਾਂ ਦਾ ਜਿਹੜਾ ਮਾਰਗ ਸੀ ਅਤੇ ਆਪਣੇ ਮਾਰਗ ਦੀ ਉਹਨਾਂ ਨੇ ਗੱਲ ਕੀਤੀ, ਅਸਲ ਮਾਰਗ ਦੀ ਗੱਲ ਕੀਤੀ ਹੈ। ਮੱਕੇ ਤੱਕ ਗਏ ਜਾਂਦੇ ਨਾ ਗੁਰੂ ਸਾਹਿਬ, ਅਤੇ ਇੱਕ ਸੱਚ ਦਾ ਹੋਕਾ ਦਿੰਦੇ ਨੇ। ਸੋ ਅਸੀਂ ਆਉਂਦੇ ਹਾਂ ਆਪਣੀ ਇਸ ਪ੍ਰੋਗਰਾਮ ਵੱਲ, ਹਮ ਹਿੰਦੂ ਨਹੀਂ ਜਿਹੜਾ ਇਹ ਪ੍ਰੋਗਰਾਮ ਹੈ। ਅਤੇ ਇਹਦੇ ਵਿੱਚ ਅੱਜ ਜਿਹੜਾ ਇਹ ਜਾਤੀ ਵਰਨ ਦੇ ਵਿੱਚ ਪਹਿਲਾਂ ਭਾਈ ਕਾਹਨ ਸਿੰਘ ਨਾਭਾ ਨੇ ਵੀ ਵੱਖ-ਵੱਖ ਪੁਸਤਕਾਂ ਦੇ ਹਵਾਲੇ ਦੇ ਕੇ ਦੱਸਿਆ ਕਿ ਕਿਵੇਂ ਜਾਤੀ ਵਰਨ ਦਾ ਇੱਕ ਸਿਸਟਮ ਬਣਾ ਰੱਖਿਆ ਸੀ ਅਤੇ ਬ੍ਰਾਹਮਣ ਨੂੰ ਕੀ ਅਧਿਕਾਰ ਦਿੱਤੇ ਅਤੇ ਔਰ ਸ਼ੂਦਰ ਨੂੰ ਕੀ ਅਧਿਕਾਰ ਸੀ, ਉਹਨਾਂ ਦੋਨਾਂ ਦਾ ਵਰਣਨ ਕੀਤਾ ਸੀ, ਜਿਸ ਨੂੰ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗੇ। ਅਤੇ ਇਹ ਪ੍ਰੋਗਰਾਮ ਬਹੁਤ ਜਿਹੜਾ ਹੈਗਾ ਇੱਕ ਸਾਰਿਆਂ ਲਈ, ਜਿਹੜੇ ਸਾਡੇ ਹਿੰਦੂ ਵੀਰ ਵੀ ਹੈ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਜੇ ਅਸੀਂ ਅੱਜ ਗੱਲ ਕਰ ਦਿੰਦੇ ਆ ਵੀ ਜਿਹੜੀਆਂ ਛੋਟੀਆਂ ਜਾਤਾਂ ਉਹਨਾਂ ਨੂੰ ਇੰਨੇ ਅਧਿਕਾਰ ਕਿਉਂ ਦਿੱਤੇ ਗਏ ਨੇ, ਹੁਣ ਪਹਿਲਾਂ ਉਹਨਾਂ ਨਾਲ ਕਿਹੋ ਜਿਹਾ ਅਧਿਕਾਰ ਕਿਹੋ ਜਿਹਾ ਹੁੰਦਾ ਰਿਹਾ ਹੈ। ਜੇ ਅੱਜ ਉਹ ਛੋਟੇ ਜਿਹੇ ਅਧਿਕਾਰ ਆਪਾਂ ਦੇਖਦੇ ਹਾਂ ਅਨੁਸੂਚਿਤ ਜਾਤੀਆਂ ਨੂੰ ਜੇ ਦਿੱਤੇ ਜਾਂਦੇ ਨੇ ਤਾਂ ਮੈਨੂੰ ਲੱਗਦਾ ਕੋਈ ਜ਼ਿਆਦਾ ਨਹੀਂ ਹੈਗੇ ਜਿਹੋ ਜਿਹਾ ਹਾਲ ਉਦੋਂ ਸੀ। ਪਰ ਹੁਣ ਸਮਾਜ ਦੀ ਬਰਾਬਰਤਾ ਚਾਹੀਦੀ ਹੈ। ਜੇ ਕੋਈ ਜਨਰਲ ਕੈਟਾਗਰੀ ਦੇ ਵਿੱਚ ਵੀ ਕੋਈ ਗਰੀਬ ਹੈ, ਲੋੜਵੰਦ ਹੈ, ਤਾਂ ਸਰਕਾਰ ਨੂੰ ਚਾਹੀਦਾ ਕਿ ਉਹਨਾਂ ਲਈ ਵੀ ਵਿਵਸਥਾ ਬਣਾਉਣੀ ਚਾਹੀਦੀ ਹੈ। ਪਰ ਆਹ ਜਿਹੜੀ ਗੱਲ ਹੈ ਜਿਹੜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਕਰਨੀ ਹੈ ਉਹ ਵਾਕਈ ਹੈਰਾਨ ਕਰਨ ਦੇਣ ਵਾਲੀ ਹੈ। ਅਤੇ ਮੈਂ ਇਸ ਤੋਂ ਪਹਿਲਾਂ ਕਿ ਇਹ ਪ੍ਰੋਗਰਾਮ ਸ਼ੁਰੂ ਕਰਾਂ ਨਾਲ ਦੀ ਨਾਲ ਇੱਕ ਇਹ ਵੀ ਆਪਣੇ ਸਰੋਤਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹੈ। ਬਹੁਤ ਸਾਰੇ ਮੇਰੇ ਵੀਰ ਅਤੇ ਮੇਰੇ ਖਾਸ ਕਰਕੇ ਮੇਰੇ ਪਿੰਡ ਤੋਂ ਵੀ ਸਾਰਿਆਂ ਨੇ ਬੜਾ ਮੈਨੂੰ ਇਸ ਪ੍ਰੋਗਰਾਮ ਲਈ ਕਾਫੀ ਉਹਨਾਂ ਨੇ ਉਤਸ਼ਾਹਿਤ ਕੀਤਾ ਅਤੇ ਖੁਸ਼ ਵੀ ਹੋਏ ਨੇ ਉਹ ਵੀ ਇੱਕ ਚੰਗਾ ਪ੍ਰੋਗਰਾਮ। ਬੇਸ਼ੱਕ ਬਹੁਤ ਘੱਟ ਲੋਕ ਇਹਦੇ ਨਾਲ ਜੁੜੇ ਆ, ਸਾਡਾ ਚੈਨਲ ਵੀ ਨਵਾਂ ਹੈ, ਪਰ ਹੌਲੀ ਹੌਲੀ ਇਸ ਪ੍ਰੋਗਰਾਮ ਦੀ ਜਿਹੜੀ ਅਹਿਮੀਅਤ ਹੈ ਅਸੀਂ ਸਮਝਦੇ ਹਾਂ ਵੀ ਇਹ ਸਾਰਿਆਂ ਤੱਕ ਪਹੁੰਚੇਗੀ ਅਤੇ ਉਹਨਾਂ ਨੂੰ ਇਹ ਚੰਗਾ ਲੱਗੇਗਾ। ਤਾਂ ਉਹਨਾਂ ਦਾ ਸਾਰਿਆਂ ਦਾ
ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਸਾਨੂੰ ਇਹ ਉਤਸ਼ਾਹਿਤ ਕੀਤਾ ਤੇ ਉਤਸ਼ਾਹ ਦੇ ਰਹੇ ਨੇ। ਸੋ ਹੁਣ ਆਪਾਂ ਗੱਲ ਕਰਦੇ ਹਾਂ ਜਾਤੀ ਵਰਨ ਦੀ, ਜਿਹੜੀ ਭਾਈ ਕਾਹਨ ਸਿੰਘ ਨਾਭਾ ਨੇ ਲਿਖੀ ਹੈ ਵੀ ਜਾਤੀ ਵਰਨ ਕਰਕੇ ਜਿੱਦਾਂ ਹੈਗਾ ਜਿਹੜਾ ਸਿਸਟਮ ਸੀ ਹਿੰਦੂਇਜ਼ਮ ਦੇ ਵਿੱਚ ਹੈਗਾ ਏ ਜਾਂ ਰਿਹਾ ਹੈ, ਬ੍ਰਾਹਮਣ ਮਤ ਨੇ ਬਣਾਇਆ ਸੀ, ਉਹਦੇ ਨੂੰ ਜੇ ਅਸੀਂ ਕੰਪੇਅਰ ਕਰੀਏ ਤਾਂ ਸਿੱਖ ਜਾਂ ਕੁਛ ਨਹੀਂ ਮੰਨਦੇ, ਅਤੇ ਇਸ ਕਰਕੇ ਹਿੰਦੂ ਜਿਹੜੇ ਹੈ ਉਹ ਸਿੱਖਾਂ ਨਾਲੋਂ ਵੱਖਰੇ ਹੈ, ਜੇ ਸਿੱਖ ਹਿੰਦੂਆਂ ਨਾਲੋਂ ਵੱਖਰੇ। ਇਸ ਕਰਕੇ ਸਿੱਖ ਆਪਣੇ ਆਪ ਨੂੰ ਹਿੰਦੂ ਨਹੀਂ ਲਿਖਦੇ। ਇਸੇ ਕਰਕੇ ਇਸ ਪ੍ਰੋਗਰਾਮ ਦਾ ਨਾਮ ਵੀ, ਜਾਂ ਭਾਈ ਕਾਹਨ ਸਿੰਘ ਨੇ ਆਪਣੀ ਕਿਤਾਬ ਦਾ ਨਾਂ ਲਿਖਿਆ ਹਮ ਹਿੰਦੂ ਨਹੀਂ। ਸੋ ਪੜ੍ਹਦੇ ਹਾਂ ਜਾਤੀ ਵਰਨ। ਆਪ ਜਾਤੀ ਵਰਨ ਦੇ ਭਾਰੇ ਸ਼ਰਧਾਲੂ ਹੋ, ਬਲਕਿ ਜਾਤੀ ਵਿਸ਼ੇ ਵਿੱਚ ਆਪ ਨੇ ਵਾਹਿਗੁਰੂ ਦੀ ਪਰਜਾ ਪਰ ਵੱਡਾ ਅਨਿਆਏ ਕੀਤਾ ਹੈ, ਜੋ ਅਸੀਂ ਆਪ ਨੂੰ ਆਪ ਦੇ ਹੀ ਪੁਸਤਕਾਂ ਦੇ ਹਵਾਲੇ ਦੇ ਕੇ ਦੱਸਦੇ ਹਾਂ। ਦੇਖੋ ਬ੍ਰਾਹਮਣ ਬਾਬਤ ਆਪ ਦੇ ਪੁਸਤਕ ਕੀ ਆਖਦੇ ਹਨ। ਹੁਣ ਬ੍ਰਾਹਮਣ ਲਈ ਜਿਹੜੀਆਂ ਉਹਨਾਂ ਦੀਆਂ ਧਾਰਮਿਕ ਪੁਸਤਕਾਂ, ਹਿੰਦੂਇਜ਼ਮ ਦੀਆਂ ਧਾਰਮਿਕ ਪੁਸਤਕਾਂ ਹੈ, ਉਹ ਕੀ ਆਖਦੀਆਂ ਨੇ, ਉਹ ਆਪਾਂ ਹੁਣ ਪੜ੍ਹਨ ਲੱਗੇ ਹਾਂ। ਜਗਤ ਵਿੱਚ ਜਿਤਨਾ ਧਨ ਹੈ ਸਭ ਬ੍ਰਾਹਮਣ ਦਾ ਹੈ। ਬ੍ਰਹਮਾ ਦੇ ਮੂੰਹ ਤੋਂ ਪੈਦਾ ਹੋਣ ਕਰਕੇ ਸਭ ਕੁਝ ਗ੍ਰਹਿਣ ਕਰਨ ਯੋਗ ਬ੍ਰਾਹਮਣ ਹੈ। ਬ੍ਰਾਹਮਣ ਜੋ ਦੂਸਰੇ ਦਾ ਅੰਨ ਖਾਂਦਾ ਹੈ, ਕੱਪੜਾ ਪਹਿਨਦਾ ਹੈ ਜਾਂ ਕਿਸੇ ਦੀਆਂ ਚੀਜ਼ਾਂ ਹੋਰਨਾਂ ਨੂੰ ਦੇ ਦਿੰਦਾ ਹੈ, ਇਸ ਤੋਂ ਇਹ ਨਾ ਸਮਝੋ ਕਿ ਬ੍ਰਾਹਮਣ ਕਿਸੇ ਦੀ ਵਸਤੂ ਵਰਤਦਾ ਹੈ। ਨਹੀਂ, ਇਹ ਜੋ ਕੁਝ ਸੰਸਾਰ ਵਿੱਚ ਹੈ ਸਭ ਬ੍ਰਾਹਮਣ ਦਾ ਹੀ ਹੈ। ਇਹ ਮਨੁ ਸਿਮਰਤੀ ਦਾ ਜਿਹੜਾ ਹੈ ਅਧਿਆਇ 1 ਹੈ, ਅਤੇ ਸਫਾ ਜਿਹੜਾ ਲਿਖਿਆ ਹੈ ਉਹ 100 ਤੇ 101 ਹੈ। ਅੱਗੇ ਲਿਖਦੇ ਨੇ ਮਨੁ ਸਿਮਰਤੀ ਦੇ ਅਧਿਆਇ 6 ਦੇ ਵਿੱਚੋਂ ਹੀ, ਜੇ ਰਾਜੇ ਨੂੰ ਦੱਬਿਆ ਹੋਇਆ ਖਜ਼ਾਨਾ ਮਿਲ ਜਾਵੇ ਤਾਂ ਉਸ ਵਿੱਚੋਂ ਅੱਧਾ ਆਪ ਰੱਖੇ ਔਰ ਅੱਧਾ ਬ੍ਰਾਹਮਣ ਨੂੰ ਦੇ ਦੇਵੇ। ਵਾਹ, ਇਹ ਵੀ ਗੱਲ ਵਧੀਆ ਹੈ। ਦੇਖੋ ਇਹ ਵਿਵਸਥਾ ਸੀ ਮਨੁ ਸਿਮਰਤੀ ਦੇ ਵਿੱਚ ਜਿਹੜੀ ਲਿਖੀ ਹੋਈ ਹੈ। ਅੱਗੇ ਲਿਖਦੇ ਨੇ ਮਨੁ ਸਿਮਰਤੀ ਦੇ 9ਵੇਂ ਅਧਿਆਇ ਵਿੱਚੋਂ, ਮੂਰਖ ਹੋਵੇ ਭਾਵੇਂ ਪੜ੍ਹਿਆ ਹੋਵੇ, ਬ੍ਰਾਹਮਣ ਵੱਡਾ ਦੇਵਤਾ ਹੈ। ਜਿਸ ਤਰ੍ਹਾਂ ਮੰਤਰਾਂ ਨਾਲ ਸੰਸਕਾਰ ਕੀਤਾ ਹੋਇਆ, ਚਾਹੇ ਬਿਨਾਂ ਮੰਤਰਾਂ ਹੀ ਅਗਨੀ ਦੇਵਤਾ ਹੈ। ਸੋ ਇਹ ਦੇਖ ਲਓ ਵੀ ਚਾਹੇ ਉਹ ਬ੍ਰਾਹਮਣ ਚਾਹੇ ਮੂਰਖ ਹੈ ਚਾਹੇ ਪੜ੍ਹਿਆ, ਪਰ ਉਹ ਦੇਵਤਾ ਹੈ। ਇਹ ਮੰਨਣਾ ਇਹੋ ਜਿਹੀ ਅਵਸਥਾ ਸੀ ਉਦੋਂ ਵੀ ਸਾਰਿਆਂ ਨੂੰ ਇਹ ਮੰਨਣਾ ਪੈਂਦਾ ਸੀ, ਉਹਨੂੰ ਤੁਸੀਂ ਮੂਰਖ ਨਹੀਂ ਸੀ ਕਹਿ ਸਕਦੇ। ਅੱਗੇ ਲਿਖਦੇ ਨੇ, ਬ੍ਰਾਹਮਣ ਜੇ ਚੋਰੀ ਕਰੇ ਤਾਂ ਰਾਜਾ ਉਸ ਨੂੰ ਸਜ਼ਾ ਨਾ ਦੇਵੇ, ਕਿਉਂਕਿ ਰਾਜੇ ਦੀ ਹੀ ਨਲਾਇਕੀ ਕਰਕੇ ਬ੍ਰਾਹਮਣ ਭੁੱਖਾ ਹੋ ਕੇ ਚੋਰੀ ਕਰਦਾ ਹੈ। ਇਹ ਵੀ ਮਨੁ ਸਿਮਰਤੀ ਦੇ ਅਧਿਆਇ 77 ਵਿੱਚ ਲਿਖਿਆ ਹੈ। ਦੇਖੋ ਭਾਈ ਕਾਹਨ ਸਿੰਘ ਨਾਭਾ ਨੇ ਇੱਕ ਹਵਾਲਾ ਦੇ ਕੇ ਇਹ ਗੱਲਾਂ ਕੀਤੀਆਂ, ਕੋਈ ਆਪਣੇ ਕੋਲੋਂ ਗੱਲਾਂ ਨਹੀਂ ਕੀਤੀਆਂ, ਜੋ ਚੱਲਦਾ ਆ ਰਿਹਾ ਸੀ, ਜਿਹਦੇ ਖਿਲਾਫ ਫਿਰ ਵੱਖ-ਵੱਖ ਜਿਹੜੇ ਰਸਤੇ ਨਿਕਲੇ ਨੇ, ਧਾਰਾਵਾਂ ਨਿਕਲੀਆਂ ਨੇ, ਧਰਮ ਨਿਕਲੇ ਨੇ। ਕਿਉਂਕਿ ਇਹੋ ਜਿਹੀ ਵਿਵਸਥਾ 'ਚ ਕੌਣ ਰਹਿਣਾ ਚਾਹੇਗਾ। ਅੱਗੇ ਕੀ ਵਿਵਸਥਾ ਹੈਗੀ ਜਿਹੜੀ ਕਿ ਸ਼ੂਦਰਾਂ ਦੀ ਜਦੋਂ ਆਪਾਂ ਪੜ੍ਹਾਂਗੇ ਤਾਂ ਉਹ ਹਿੱਲ ਜਾਵਾਂਗੇ ਵੀ ਇਸ ਤਰ੍ਹਾਂ ਦਾ ਹਾਲ ਸੀ। ਅਤੇ ਹੁਣ ਦੇਖ ਲਓ ਰਾਜਾ ਸਜ਼ਾ ਹੀ ਨਾ ਦੇਵੇ। ਮੈਂ ਤਾਂ ਕਹਿੰਦਾ ਰਾਜੇ ਨੂੰ ਬਖਸ਼ਤਾ ਉਹਨਾਂ ਨੇ, ਵੀ ਕਿਤੇ ਰਾਜੇ ਨੂੰ ਇਹ ਨਾ ਕਰ ਦੇਵੇ ਵੀ ਤੇਰੀ ਨਲਾਇਕੀ ਕਰਕੇ ਬ੍ਰਾਹਮਣ ਜਿਹੜਾ ਚੋਰੀ ਕਰ ਰਿਹਾ, ਇਸ ਕਰਕੇ ਰਾਜਾ ਜਿਹੜਾ ਹੈਗਾ ਉਹ ਸਜ਼ਾ ਦਾ ਹੱਕਦਾਰ ਹੈ। ਪਰ ਰਾਜੇ ਨੂੰ ਛੱਡ ਦਿੱਤਾ, ਉਹਨਾਂ ਨੇ ਬਖਸ਼ ਦਿੱਤਾ। ਅੱਗੇ ਲਿਖਦੇ ਨੇ ਪ੍ਰਾਸਤ ਸੰਹਿਤਾ ਅਧਿਆਇ 6 ਦੇ ਵਿੱਚ, ਬ੍ਰਾਹਮਣ ਬਦ ਚੱਲਣ ਵੀ ਪੂਜਣਯੋਗ ਹੈ, ਸ਼ੂਦਰ ਜਿਤੇਂਦਰੀ ਵੀ ਪੂਜਣ ਲਾਇਕ ਨਹੀਂ। ਕੌਣ ਖੱਟਰ ਗਊ ਨੂੰ ਛੱਡ ਕੇ ਸੁਸ਼ੀਲ ਗਧੀ ਨੂੰ ਚਾਹੁੰਦਾ ਹੈ। ਹੁਣ ਗਧੀ ਦੇ ਨਾਲ ਜਿਹੜਾ ਹੈ ਸ਼ੂਦਰ ਦੀ ਉਹਨਾਂ ਨੇ ਜੇ ਤੁਲਨਾ ਕੀਤੀ ਹੈ, ਅਤੇ ਬ੍ਰਾਹਮਣ ਨੂੰ ਖੱਟਰ ਗਊ, ਚਾਹੇ ਉਹ ਭੈੜੀ ਗਾਂ ਹੋਵੇ ਕਿਉਂ ਨਾ ਹੋਵੇ, ਕਹਿੰਦੇ ਵੀ ਉਹਨੂੰ ਛੱਡ ਕੇ ਕੋਈ ਗਧੀ ਨੂੰ ਥੋੜ੍ਹਾ ਚੋਏਗਾ। ਇਸ ਕਰਕੇ ਬਦ ਚੱਲਣ ਬ੍ਰਾਹਮਣ ਵੀ ਪੂਜਣਯੋਗ ਹੈ। ਇਹੋ ਜਿਹੀ ਵਿਵਸਥਾ ਸੀ, ਬ੍ਰਾਹਮਣ ਨੂੰ ਸਾਰੇ ਪਾਸੇ ਖੁੱਲ੍ਹ ਸੀ। ਹੁਣ ਇੱਥੇ ਸ਼ੂਦਰ ਜਿਤੇਂਦਰੀ ਵੀ ਪੂਜਣ ਲਾਇਕ ਹੈ। ਇੱਥੇ ਇੱਕ ਫੁੱਟਨੋਟ ਦਿੱਤਾ ਹੈ ਜਿਹਦਾ ਨੰਬਰ 2 ਹੈ। ਉਸ ਫੁੱਟਨੋਟ ਦੀ ਗੱਲ ਕਰਨ ਤੋਂ ਬਾਅਦ ਇੱਕ ਫੁੱਟਨੋਟ ਇੱਕ ਦਿੱਤਾ ਹੋਇਆ ਜਿਹੜਾ ਕਿ ਜਾਤੀ ਵਰਨ ਦੇ ਉੱਪਰ ਦਿੱਤਾ ਸੀ, ਉਹ ਵੀ ਆਪਾਂ ਪੜ੍ਹਾਂਗੇ ਇੱਕ ਨੂੰ। ਪਹਿਲਾਂ ਅਸੀਂ ਆਹ ਸ਼ੂਦਰ ਵਾਲਾ ਪੜ੍ਹੀਏ। ਜਾਤੀ ਅਭਿਆਨ ਦੀ ਇਹ ਸਿੱਖਿਆ ਮਿਲਣ ਕਰਕੇ ਤੁਲਸੀ ਦਾਸ ਜਿਹੇ ਭਗਤਾਂ ਨੇ ਵੀ ਆਪਣੇ ਪੁਸਤਕਾਂ ਨੂੰ ਅਯੋਗ ਲੇਖ ਲਿਖ ਕੇ ਕਲੰਕਿਤ ਕਰ ਦਿੱਤਾ ਹੈ। ਯਥਾ ਸਹੀ ਹੈ ਵਿਪਰ ਗਿਆਨ ਗੁਣਹੀਨਾ, ਸ਼ੂਦਰ ਨਾ ਸਹੀ ਹੈ ਗਿਆਨ ਪਰਵੀਨਾ। ਸੋ ਇਹ ਜਿਹੜੇ ਹੈ ਤੁਲਸੀਦਾਸ ਦੀ ਜਿਹੜੀ ਇੱਕ ਫੁੱਟਨੋਟ ਦਿੱਤਾ, ਉਹਨਾਂ ਦਾ ਹਵਾਲਾ ਦੇ ਕੇ ਉਹਨਾਂ ਨੇ ਇਸ ਗੱਲ ਨੂੰ ਸਿੱਧ ਕੀਤਾ ਵੀ ਜਿਹੜਾ ਬ੍ਰਾਹਮਣ ਆ ਚਾਹੇ ਉਹ ਬਦ ਚੱਲਣ ਕਿਉਂ ਨਾ ਹੋਵੇ, ਉਹ ਪੂਜਣਯੋਗ ਆ, ਪਰ ਸ਼ੂਦਰ ਜਿਤੇਂਦਰੀ ਵੀ ਪੂਜਣ ਲਾਇਕ ਨਹੀਂ। ਇਹਦਾ ਇਹ ਫੁੱਟਨੋਟ ਸੀ। ਇੱਕ ਫੁੱਟਨੋਟ ਜਾਤੀ ਵਰਨ 'ਤੇ ਸੀ, ਉਹ ਸੀ ਹੈ ਵੀ ਜਾਤੀ ਵਰਨ ਕੇ ਸਿੱਖਾਂ ਵਿੱਚ ਵੀ ਗਿਆਨੀ, ਗ੍ਰੰਥੀ, ਸਿਪਾਹੀ, ਜ਼ਿਮੀਂਦਾਰ
ਵਪਾਰੀ ਔਰ ਲਾਂਗਰੀ ਆਦਿਕ ਅਧਿਕਾਰ ਔਰ ਦਰਜੇ ਹਨ, ਵਰਨ ਹਨ। ਪਰ ਇਹ ਨਹੀਂ ਕਿ ਜਨਮ ਤੋਂ ਹੀ ਵਰਨ ਮੰਨੇ ਜਾਂਦੇ ਹਨ ਔਰ ਮਰਨ ਪ੍ਰਯੰਤ ਇੱਕ ਅਧਿਕਾਰ ਵਿੱਚ ਹੀ ਆਦਮੀ ਆਪਣੀ ਸਾਰੀ ਵਿਵਸਥਾ ਬਤੀਤ ਕਰੇ। ਖਾਲਸਾ ਪੰਥ ਵਿੱਚ ਜੋ ਗਿਆਨੀ ਹੈ ਉਹੀ ਦੂਜੇ ਵੇਲੇ ਸੰਗਤਾਂ ਦੇ ਜੋੜੇ ਝਾੜਨ ਵਾਲਾ ਸੇਵਕ ਹੈ ਔਰ ਉਹੀ ਸ਼ਸਤਰਧਾਰੀ ਹੋ ਕੇ ਯੋਧਾ ਹੈ। ਇਸ ਤਰ੍ਹਾਂ ਜੋ ਸਿੱਖ ਸੰਗਤ ਦੇ ਝੂਠੇ ਭਾਂਡੇ ਮਾਂਜਦਾ ਹੈ ਉਹੀ ਦੂਜੇ ਵੇਲੇ ਕਥਾ ਕਰਕੇ ਸੰਗਤਾਂ ਨੂੰ ਉਪਦੇਸ਼ ਦਿੰਦਾ ਹੈ ਇਤਿਆਦਿ। ਇਹੋ ਜਿਹੀਆਂ ਉਦਾਹਰਨਾਂ ਹੋਰ ਵੀ ਨੇ ਕਿ ਇਹ ਸਿੱਖਾਂ ਦੇ ਵਿੱਚ ਵੀ ਭਾਵੇਂ ਵਰਨ ਹੈ ਪਰ ਇਸ ਤਰ੍ਹਾਂ ਹੈ, ਪਰ ਉਹ ਇੱਕ ਬੰਦੇ ਨੂੰ ਇਹ ਨਹੀਂ ਹੈ ਵੀ ਜੇ ਉਮਰ 'ਚ ਉਹ ਸ਼ੁਰੂ 'ਚੋਂ ਗਿਆਨੀ ਹੋਈ ਹੈ ਤਾਂ ਉਹਨੇ ਸਾਰੀ ਉਮਰ ਪਾਠੀ ਹੀ ਬਣਿਆ ਰਹਿਣਾ। ਉਹ ਪਾਠੀ ਹੋਣ ਦੇ ਨਾਲ ਗ੍ਰੰਥੀ ਵੀ ਬਣ ਸਕਦਾ ਹੈ, ਉਹ ਗਾਹ ਕਥਾਵਾਚਕ ਵੀ ਬਣ ਸਕਦਾ ਹੈ, ਉਹ ਕੋਈ ਦੁਕਾਨਦਾਰੀ ਵੀ ਕਰ ਸਕਦਾ ਹੈ। ਖੁੱਲ੍ਹ ਹੁੰਦੀ ਹੈ ਜੋ ਕਿ ਪਹਿਲਾਂ ਦਾ ਜਿਹੜਾ ਸਿਸਟਮ ਬ੍ਰਾਹਮਣ ਨੇ ਬਣਾਇਆ ਸੀ ਜਾਂ ਜਿਹੜੇ ਮਨੂ ਸਿਮਰਤੀਆਂ ਦੇ ਵਿੱਚ ਲਿਖਿਆ ਸੀ ਉਹਨਾਂ ਵਿੱਚ ਬਿਲਕੁਲ ਨਹੀਂ ਸੀ। ਅੱਗੇ ਜਿਹੜਾ ਹੈ ਲਿਖਦੇ ਆ ਜਿਹੜੀ ਵਰਨ ਜਾਤੀ ਵਰਨ ਦੇ ਵਿੱਚ, ਖੇਤੀ ਕਰਨ ਵਾਲਾ ਬ੍ਰਾਹਮਣ ਜਿਤਨੀ ਜ਼ਮੀਨ ਚਾਹੇ ਵਾਹ ਲਵੇ ਔਰ ਕਿਸੇ ਨੂੰ ਮੁਆਵਲਾ ਮਸੂਲ ਕਛੂ ਨਾ ਦੇਵੇ, ਕਿਉਂਕਿ ਸਭ ਚੀਜ਼ ਦਾ ਮਾਲਕ ਬ੍ਰਾਹਮਣ ਹੀ ਹੈ। ਇਹ ਬ੍ਰਿਹਤ ਪਰਾਸ਼ਰ ਸੰਹਿਤਾ ਦੇ ਅਧਿਆਇ 3 ਵਿੱਚ ਲਿਖਿਆ ਹੈ, ਬ੍ਰਾਹਮਣ ਵੇਦ ਵਿਰੁੱਧ ਕਰਮ ਕਰਨ ਕਰਕੇ ਵੀ ਦੋਸ਼ੀ ਨਹੀਂ ਹੁੰਦਾ, ਜਿਸ ਤਰ੍ਹਾਂ ਅਗਨੀ ਸਭ ਪਦਾਰਥਾਂ ਨੂੰ ਭਸਮ ਕਰਦੀ ਹੋਈ ਔਰ ਇਸਤਰੀ ਯਾਰ ਨਾਲ ਭੋਗ ਕਰਕੇ ਵੀ ਦੂਸ਼ਿਤ ਨਹੀਂ ਹੁੰਦੀ। ਸੋ ਇਹ ਜਿਹੜਾ ਦੇਖੋ ਬ੍ਰਿਹਤ ਪਰਾਸ਼ਰ ਸੰਹਿਤਾ ਦੇ ਅਧਿਆਇ 2 ਵਿੱਚ ਲਿਖਿਆ ਹੈ ਕਿ ਬ੍ਰਾਹਮਣ ਜਿਹੜਾ ਹੈਗਾ ਉਹ ਜੇ ਵੇਦ ਵਿਰੁੱਧ ਕਰਮ ਵੀ ਕਰੇ ਨਾ ਤਾਂ ਵੀ ਦੋਸ਼ੀ ਨਹੀਂ ਹੈਗਾ। ਇਹਦਾ ਉਹ ਗਾਂ ਉਦਾਹਰਨ ਵੀ ਦੇ ਦਿੰਦੇ ਆ ਵੀ ਜਿਸ ਤਰ੍ਹਾਂ ਅਗਨੀ ਸਾਰੇ ਪਦਾਰਥਾਂ ਨੂੰ ਭਸਮ ਕਰਦੀ ਹੈ ਔਰ ਇੱਕ ਇਸਤਰੀ ਜਿਵੇਂ ਆਪਣੇ ਯਾਰ ਨਾਲ ਭੋਗ ਕਰਕੇ ਵੀ ਦੂਸ਼ਿਤ ਨਹੀਂ ਹੁੰਦੀ, ਇਸ ਤਰ੍ਹਾਂ ਦਾ ਵੀ ਬ੍ਰਾਹਮਣ ਜਿਹੜਾ ਹੈਗਾ ਜੇ ਵੇਦ ਦੇ ਵਿਰੁੱਧ ਜੋ ਕੰਮ ਕਰ ਵੀ ਦੇਵੇ ਤਾਂ ਉਹ ਜਿਹੜਾ ਹੈ ਦੋਸ਼ੀ ਨਹੀਂ ਹੈ। ਇਸ ਤੋਂ ਪਹਿਲਾਂ ਜਿਹੜਾ ਉਹਨੇ ਲਿਖਿਆ ਵੀ ਬ੍ਰਾਹਮਣ ਜਿੰਨੀ ਮਰਜ਼ੀ ਜ਼ਮੀਨ ਵਾਹ ਲਵੇ ਉਹਨੂੰ ਮੁਆਵਲਾ ਦੇਣ ਦੀ ਲੋੜ ਨਹੀਂ ਹੈ ਔਰ ਉਹ ਕਿਉਂਕਿ ਉਹ ਸਭ ਚੀਜ਼ਾਂ ਦਾ ਮਾਲਕ ਹੈ। ਸਾਰੇ ਜਗਤ ਦੇ ਵਿੱਚ ਜਿੰਨੀਆਂ ਚੀਜ਼ਾਂ ਨੇ ਉਹ ਬ੍ਰਾਹਮਣ ਉਹਦਾ ਮਾਲਕ ਹੈ ਕਿਉਂਕਿ ਉਹ ਬ੍ਰਹਮਾ ਦੇ ਮੁਖ ਤੋਂ ਪੈਦਾ ਹੋਇਆ ਹੈ। ਸੋ ਇਹ ਜਿਹੜਾ ਹੈ ਬ੍ਰਾਹਮਣ ਲਈ ਵਿਵਸਥਾ ਸੀ ਜਿਹੜੀ ਭਾਈ ਕਾਹਨ ਸਿੰਘ ਨਾਭਾ ਨੇ ਪ੍ਰਮੁੱਖ ਰੂਪ ਵਿੱਚ ਦਿੱਤੀ ਹੈ। ਅੱਗੇ ਉਹ ਗੱਲ ਕਰਦੇ ਵੀ ਹੁਣ ਬ੍ਰਾਹਮਣ ਦੇ ਮੁਕਾਬਲੇ ਵਿੱਚ ਸ਼ੂਦਰ ਦੀ ਦੁਰਦਸ਼ਾ ਦੇਖੋ। ਸ਼ੂਦਰ ਨੂੰ ਲਈ ਕੀ ਵਿਵਸਥਾ ਸੀ? ਸ਼ੂਦਰ ਦੇ ਰਾਜ ਵਿੱਚ ਨਹੀਂ ਵਸਣਾ ਚਾਹੀਏ। ਇਹ ਮਨੂ ਸਿਮਰਤੀ ਦੇ ਅਧਿਆਇ 4 ਵਿੱਚ ਹੈ। ਸ਼ੂਦਰ ਨੂੰ ਮਤ ਨਾ ਦੇਵੇ, ਹੋਮ ਤੋਂ ਬਚਿਆ ਹੋਇਆ ਅੰਨ ਨਾ ਦੇਵੇ ਔਰ ਸ਼ੂਦਰ ਨੂੰ ਧਰਮ ਦਾ ਉਪਦੇਸ਼ ਨਾ ਕਰੇ। ਕਿਸੇ ਨੂੰ ਵੀ ਸ਼ੂਦਰ ਨੂੰ ਕੋਈ ਗਿਆਨ ਦੇਣ ਦੀ ਆਗਿਆ ਨਹੀਂ ਸੀ। ਮਨੂ ਸਿਮਰਤੀ ਦੇ 4ਥੇ ਅਧਿਆਇ ਵਿੱਚ ਪੈਰਾਂ ਤੋਂ ਜੰਮਿਆ ਹੋਇਆ ਸ਼ੂਦਰ ਜੇ ਬ੍ਰਾਹਮਣ ਛਤਰੀ ਵੈਸ਼ ਨੂੰ ਕਠੋਰ ਬਾਣੀ ਬੋਲੇ ਤਾਂ ਰਾਜਾ ਉਸ ਦੀ ਜੀਭ ਕਟਾ ਦੇਵੇ। ਇਹ ਮਨੂ ਸਿਮਰਤੀ ਦੇ ਅਧਿਆਇ 8 ਵਿੱਚ ਲਿਖਿਆ ਹੈ। ਜੇ ਸ਼ੂਦਰ ਦਿਵਿਆ ਜਾਤੀਆਂ ਨੂੰ ਨਾਮ ਲੈ ਕੇ ਸਖਤੀ ਨਾਲ ਬੁਲਾਵੇ, ਜਿਹੜੇ ਉੱਚੀਆਂ ਜਾਤੀਆਂ ਨੂੰ ਸਖਤੀ ਨਾਲ ਬੁਲਾਵੇ ਜਾਂ ਨਾਮ ਲੈ ਕੇ ਬੁਲਾਵੇ ਤਾਂ ਉਸ ਦੇ ਮੂੰਹ ਵਿੱਚ 10 ਉਂਗਲ ਲੰਮਾ ਲੋਹੇ ਦਾ ਕਿੱਲ ਅੱਗ ਵਰਗਾ ਲਾਲ ਕਰਕੇ ਠੋਕ ਦੇਵੇ ਤਾਂ ਰਾਜਾ ਉਹਦੇ ਨਾ ਮੂੰਹ ਦੇ ਵਿੱਚ 10 ਉਂਗਲ ਲੰਮਾ ਲੋਹੇ ਦਾ ਕਿੱਲਾ ਅੱਗ ਵਰਗਾ ਲਾਲ ਕਰਕੇ ਠੋਕ ਦੇਵੇ। ਜੋ ਸ਼ੂਦਰ ਅਭਿਮਾਨ ਕਰਕੇ ਬ੍ਰਾਹਮਣ ਨੂੰ ਧਰਮ ਦਾ ਉਪਦੇਸ਼ ਕਰੇ ਤਾਂ ਰਾਜਾ ਉਸ ਦੇ ਮੂੰਹ ਔਰ ਕੰਨਾਂ ਵਿੱਚ ਤੱਤਾ ਤੇਲ ਪਵਾ ਦੇਵੇ। ਇਹ ਮਨੂ ਸਿਮਰਤੀ ਦੇ ਅਧਿਆਇ 8 ਵਿੱਚ ਲਿਖਿਆ ਹੈ। ਕਿੰਨਾ ਤੁਸੀਂ ਬ੍ਰਾਹਮਣ ਨੂੰ ਕੁਛ ਨਹੀਂ ਕਹਿ ਸਕਦੇ। ਜੇ ਤੁਸੀਂ ਕੋਈ ਗਿਆਨ ਦੇ ਦਿੱਤਾ ਕਿਸੇ ਨੂੰ ਤਾਂ ਤੁਹਾਡੇ ਕੰਨਾਂ ਦੇ ਵਿੱਚ ਇਹ ਤੱਤਾ ਤੇਲ ਔਰ ਪਾ ਦਿੱਤਾ ਜਾਵੇਗਾ। ਇਹ ਮਨੂ ਸਿਮਰਤੀ ਦੇ ਅਧਿਆਇ 8 ਵਿੱਚ ਲਿਖਿਆ ਹੈ। ਕੇਵਲ ਲਿਖਿਆ ਨਹੀਂ ਹੈ, ਇਹ ਉਸ ਸਮੇਂ ਹੁੰਦਾ ਰਿਹਾ ਹੈ। ਸ਼ੂਦਰਾਂ ਦੀਆਂ ਜੀਭਾਂ ਵੀ ਕੱਟੀਆਂ ਗਈਆਂ, ਸ਼ੂਦਰਾਂ ਦੇ ਕੰਨਾਂ ਦੇ ਵਿੱਚ ਤੱਤਾ ਤੇਲ ਵੀ ਪਾਇਆ ਗਿਆ ਹੈ। ਸ਼ੂਦਰ ਆਪਣੇ ਜਿਸ ਅੰਗ ਨਾਲ ਦਿਵਿਆ ਜਾਤੀਆਂ ਨੂੰ ਤਾੜਨਾ ਕਰੇ ਉਸ ਦਾ ਉਹੀ ਅੰਗ ਕਟਵਾ ਦੇਣਾ ਚਾਹੀਦਾ ਹੈ। ਜੇ ਅੱਖਾਂ ਵੱਲ ਚੱਕ ਕੇ ਦੇਖ ਲਏ ਤਾਂ ਅੱਖਾਂ ਕੱਢ ਦਿੱਤੀਆਂ, ਉਂਗਲ ਕਰ ਦਿੱਤੀ ਤਾਂ ਉਂਗਲ ਹੱਥ ਕੱਢ ਦਿੱਤਾ। ਮਤਲਬ ਇਹੋ ਜਿਹੇ ਜਿਹੜੇ ਇਸ ਮਨੂ ਸਿਮਰਤੀ ਦੇ ਵਿੱਚ 8 ਦੇ ਵਿੱਚ ਇਹੋ ਜਿਹੀ ਵਿਵਸਥਾ ਲਿਖੀ ਹੈ ਸ਼ੂਦਰਾਂ ਵਾਸਤੇ। ਸਾਮਰਥ ਹੋ ਕੇ ਵੀ ਸ਼ੂਦਰ ਧਨ ਜਮ੍ਹਾਂ ਨਾ ਕਰੇ, ਕਿਉਂਕਿ ਸ਼ੂਦਰ ਧਨੀ ਹੋ ਕੇ ਬ੍ਰਾਹਮਣਾਂ ਨੂੰ ਦੁੱਖ ਦੇਣ ਲੱਗ ਜਾਂਦਾ ਹੈ। ਵੀ ਸਮਰੱਥ ਵੀ ਹੋ ਗਿਆ ਉਹ, ਪਰ ਉਹ ਧਨ ਇਕੱਠਾ ਕਰਨ ਦੀ ਜਿਹੜੀ ਉਹ ਆਗਿਆ ਨਹੀਂ ਸੀ ਸ਼ੂਦਰ ਨੂੰ। ਇਹ ਮਨੂ ਸਿਮਰਤੀ ਦੇ ਅਧਿਆਇ 30 ਵਿੱਚ ਲਿਖਿਆ ਹੈ। ਅੱਗੇ ਲਿਖਿਆ ਸ਼ੂਦਰ ਦਾ ਅੰਨ ਲਹੂ ਦੇ ਬਰਾਬਰ ਹੈ ਔਰ ਜੇ ਸ਼ੂਦਰ ਦਾ ਅੰਨ ਪੇਟ ਵਿੱਚ ਹੁੰਦਿਆਂ ਭੋਗ ਕਰੇ ਤਾਂ ਜੋ ਔਲਾਦ ਪੈਦਾ ਹੋਊ ਉਹ ਸ਼ੂਦਰ ਹੀ ਸਮਝੀ ਜਾਊ। ਸ਼ੂਦਰ ਦਾ ਅੰਨ ਜੇ ਪੇਟ ਵਿੱਚ ਹੋਇਆ
ਬ੍ਰਾਹਮਣ ਦੇ, ਤੇ ਜੇ ਉਹ ਆਪਣੀ ਉਹਦੇ ਨਾਲ ਜੋ ਆਪਣੀ ਪਤਨੀ ਨਾਲ ਭੋਗ ਕਰਦਾ, ਉਸ ਤੋਂ ਬਾਅਦ ਜੋ ਔਲਾਦ ਜੇ ਪੈਦਾ ਹੋ ਜਾਵੇ ਤਾਂ ਉਹ ਵੀ ਸ਼ੂਦਰ ਮੰਨੀ ਜਾਏਗੀ। ਇੰਨਾ ਨੀਵਾਂ ਜਿਹੜਾ ਸ਼ੂਦਰ ਦਾ ਦਰਜਾ ਜਿਹੜਾ ਉਹ ਰੱਖਿਆ ਗਿਆ। ਜੋ ਸ਼ੂਦਰ ਜਪ ਹੋਮ ਕਰੇ ਰਾਜਾ ਉਸ ਨੂੰ ਮਰਵਾ ਦੇਵੇ। ਹੁਣ ਇਹ ਵੀ ਜੋ ਸ਼ੂਦਰ ਜਪ ਕਰੇ ਜਾਂ ਹੋਮ ਕਰੇ ਉਹਨੂੰ ਮਰਵਾ ਦੇਵੇ, ਇਹ ਅੰਤਰ ਸੰਹਿਤਾ ਦੇ ਵਿੱਚ ਲਿਖਿਆ ਹੈ। ਹੁਣ ਅੱਗੇ ਲਿਖਦੇ ਨੇ ਭਾਈ ਕਾਨ੍ਹ ਸਿੰਘ ਨਾਭਾ ਵੀ ਇਸੇ ਤਾਲੀਮ ਦਾ ਅਸਰ ਸ਼੍ਰੀ ਰਾਮ ਚੰਦਰ ਜੀ ਦੇ ਚਿੱਤ ਪਰ ਐਸਾ ਹੋਇਆ ਕਿ ਇੱਕ ਤਪ ਕਰਦੇ ਹੋਏ ਸ਼ੂਦਰ ਨੂੰ ਮਾਰ ਦਿੱਤਾ, ਜਿਸ ਦਾ ਪ੍ਰਸੰਗ ਇਸ ਤਰ੍ਹਾਂ ਹੈ। ਇੱਕ ਬ੍ਰਾਹਮਣ ਦਾ ਮੁੰਡਾ ਇਸ ਵਾਸਤੇ ਮਰ ਗਿਆ ਕਿ ਸ਼ੂਦਰ ਬਣ ਵਿੱਚ ਤਪ ਕਰ ਰਿਹਾ ਸੀ। ਰਾਮਚੰਦਰ ਜੀ ਨੇ ਬਣ ਵਿੱਚ ਪਹੁੰਚ ਕੇ ਉਸ ਤਪੀਏ ਸ਼ੂਦਰ ਨੂੰ ਪੁੱਛਿਆ, ਤੂੰ ਕੌਣ ਹੈ? ਉਸਨੇ ਆਖਿਆ, ਹੇ ਰਾਮ, ਮੈਂ ਸ਼ੰਭੁਕ ਨਾਮਕ ਸ਼ੂਦਰ ਹਾਂ ਔਰ ਸੁਰਗ ਦੀ ਇੱਛਾ ਕਰਕੇ ਤਪ ਕਰ ਰਿਹਾ ਹਾਂ। ਇਤਨੀ ਸੁਣਦੇ ਹੀ ਰਾਮਚੰਦਰ ਜੀ ਨੇ ਮਿਆਨੋਂ ਤਲਵਾਰ ਧੂ ਕੇ ਸ਼ੰਭੁਕ ਦਾ ਸਿਰ ਵੱਟ ਸੁੱਟਿਆ। इस पर आकाश में सारे देवते आ जमा हुए और रामचंद्र जी पर फुल बरसा के कहन लगे, हे राम, तू धन है, तू धन है, तैं ਇਹ ਦੇਵਤਿਆਂ ਦਾ ਭਾਰੀ ਕੰਮ ਕੀਤਾ ਹੈ ਔਰ ਵੱਡਾ ਪੁੰਨ ਖੱਟਿਆ ਹੈ ਕਿ ਸੁਰਗ ਵਿੱਚ ਆਉਣ ਦੀ ਇੱਛਾ ਵਾਲੇ ਸ਼ੂਦਰ ਨੂੰ ਵੱਢਿਆ ਹੈ। ਹੁਣ ਜੋ ਤੇਰੀ ਇੱਛਾ ਹੈ ਸਾਥੋਂ ਵਰ ਮੰਗ। ਰਾਮਚੰਦਰ ਜੀ ਨੇ ਆਖਿਆ, हे ਦੇਵਤਿਓ, ਜੇ ਤੁਸੀਂ ਪ੍ਰਸੰਨ ਹੋ ਤਾਂ ਇਹ ਵਰ ਦਿਓ ਕਿ ਬ੍ਰਾਹਮਣ ਦਾ ਮੁੰਡਾ ਜੀ ਉੱਠੇ। ਦੇਵਤਿਆਂ ਨੇ ਕਿਹਾ, ਹੇ ਰਾਮ, ਉਹ ਤਾਂ ਉਦੋਂ ਹੀ ਜਿਉਂਦਾ ਹੋ ਗਿਆ ਹੈ ਜਦੋਂ ਤੁਸੀਂ ਸ਼ੂਦਰ ਦਾ ਸਿਰ ਵੱਢਿਆ ਹੈ। ਇਹ ਵਾਲਮੀਕੀ ਰਾਮਾਇਣ ਜਿਹੜੀ ਹੈਗੀ ਉਹਦਾ ਉੱਤਰਾਖੰਡ ਅਧਿਆਇ 76 ਵਿੱਚ ਲਿਖਿਆ ਹੈ। ਹੁਣ ਦੇਖ ਲਓ ਵੀ ਰਾਮਚੰਦਰ ਜੀ ਵਰਗੇ ਐਡੇ ਵੱਡੇ ਜਿਹੜੇ ਰਾਜੇ ਸੀ ਜਿਨ੍ਹਾਂ ਨੂੰ ਭਗਵਾਨ ਦਾ ਰੂਪ ਮੰਨਿਆ ਜਾਂਦਾ ਸੀ, ਉਹਨਾਂ ਦੇ ਬਾਰੇ ਵਾਲਮੀਕੀ ਰਾਮਾਇਣ ਦੇ ਵਿੱਚ ਲਿਖਿਆ ਵੀ ਉਹ ਵੀ ਇਸ ਵਿਵਸਥਾ ਦੇ ਅਧੀਨ ਆ ਕੇ ਉਹਨਾਂ ਨੇ ਵੀ ਇੱਕ ਸ਼ੂਦਰ ਸ਼ੰਭੁਕ ਦਾ ਸਿਰ ਵੱਢਿਆ, ਜਿਹੜਾ ਕਿ ਤਪ ਕਰ ਰਿਹਾ ਸੀ ਸਵਰਗ ਦੀ ਇੱਛਾ ਰੱਖ ਕੇ। ਅੱਗੇ ਲਿਖਿਆ ਹੈ, ਜੇ ਸ਼ੂਦਰ ਪੰਚ ਗਵਿਆ ਪੀਵੇ ਤਾਂ ਨਰਕ ਨੂੰ ਚਲਿਆ ਜਾਂਦਾ ਹੈ। ਇਹ ਹੈ ਵਿਸ਼ਨੂੰ ਸਿਮਰਤੀ ਅਧਿਆਇ 54। ਜੇ ਸ਼ੂਦਰ ਪੰਚ ਗਵਿਆ ਪੀਵੇ ਤਾਂ ਨਰਕ ਨੂੰ ਚਲਿਆ ਜਾਂਦਾ ਹੈ। ਵਿਸ਼ਨੂੰ ਸਿਮਰਤੀ ਅਧਿਆਇ 54 ਦੇ ਵਿੱਚ ਇਹ ਲਿਖਿਆ ਹੈ। ਪੰਚ ਗਵਿਆ ਕੀ ਹੈ? ਇਹਦਾ ਭਾਈ ਕਾਨ੍ਹ ਸਿੰਘ ਨਾਭਾ ਲਿਖਦੇ ਨੇ, ਲੋ ਆਪ ਨੂੰ ਪੰਚ ਗਵਿਆ ਦਾ ਨੁਸਖਾ ਦਸੀਏ ਜੋ ਸਾਰੀਆਂ ਸ਼ੁੱਧੀਆਂ ਅਸ਼ੁੱਧੀਆਂ ਪਰ ਜਾਦੂ ਦਾ ਅਸਰ ਰੱਖਦਾ ਹੈ। ਗੋਬਰ 1 ਮਾਸਾ, ਗੋਮੂਤਰ 2 ਮਾਸੇ, ਘੀ 4 ਮਾਸੇ, ਦੁੱਧ ਅਤੇ ਦਹੀਂ 8-8 ਮਾਸੇ, ਇਹਨਾਂ ਚੀਜ਼ਾਂ ਨੂੰ ਇਕੱਠਾ ਕਰਨ ਨਾਲ ਪੰਚ ਗਵਿਆ ਬਣਦਾ ਹੈ। ਅੰਤਰ ਸੰਹਿਤਾ। ਜੇ ਖੂਹ ਦਾ ਪਾਣੀ ਅਸ਼ੁੱਧ ਹੋ ਜਾਵੇ ਤਦ ਵੀ ਇਹੋ ਅਸ਼ੁੱਧੀ ਸਫਾਈ ਲਈ ਵਰਤਣੀ ਦੱਸੀ ਹੈ। ਅਪਕਸ਼ ਵਸਤੂ ਖਾ ਪੀ ਕੇ ਸ਼ੁੱਧ ਹੋਣ ਲਈ ਵੀ ਇਹੋ ਮਹਾਨ ਚਮਤਕਾਰੀ ਰਸਾਇਣ ਹੈ। ਸ਼ੂਦਰ ਦਾ ਅੰਨ ਖਾ ਕੇ ਬ੍ਰਾਹਮਣ 7 ਜਨਮ ਕੁੱਤਾ ਹੁੰਦਾ ਹੈ, 9 ਜਨਮ ਸੂਰ ਬਣਦਾ ਹੈ, 8 ਜਨਮ ਗਿਰਜ ਹੁੰਦਾ ਹੈ। ਇਹ ਬ੍ਰਿਧ ਅਤ ਸੰਹਿਤਾ ਅਧਿਆਇ 5 ਵਿੱਚ ਲਿਖਿਆ ਹੈ। ਜੇ ਸ਼ੂਦਰ ਦਾ ਅੰਨ ਪੇਟ ਵਿੱਚ ਹੋਵੇ ਔਰ ਉਸ ਵੇਲੇ ਬ੍ਰਾਹਮਣ ਮਰ ਜਾਵੇ ਤਾਂ ਪਿੰਡ ਦਾ ਸੂਰ ਜਾਂ ਕੁੱਤਾ ਬਣਦਾ ਹੈ। ਆਪ ਸਤੰਭ ਸਿਮਰਤੀ ਅਧਿਆਇ 8। ਕਪਿਲਾ ਗਊ ਦਾ ਦੁੱਧ ਪੀਣ ਕਰਕੇ ਔਰ ਵੇਦ ਦਾ ਅੱਖਰ ਵਿਚਾਰਨ ਸ਼ੂਦਰ ਨੂੰ ਜ਼ਰੂਰ ਨਰਕ ਹੁੰਦਾ ਹੈ। ਜੇ ਕਪਿਲਾ ਗਊ ਦਾ ਦੁੱਧ ਪੀ ਲਵੇ ਤਾਂ ਵੀ ਜਿਹੜਾ ਸ਼ੂਦਰ ਹੈ ਉਹ ਨਰਕ 'ਚ ਜਾਵੇਗਾ। ਸ਼ੂਦਰ ਨੂੰ ਅਕਲ ਨਾ ਸਿਖਾਵੇ, ਧਰਮ ਦਾ ਉਪਦੇਸ਼ ਨਾ ਕਰੇ ਔਰ ਬ੍ਰਤ ਆਦਿਕ ਨਾ ਦੱਸੇ। ਜੋ ਸ਼ੂਦਰ ਨੂੰ ਇਹ ਗੱਲਾਂ ਸਿਖਾਉਂਦਾ ਹੈ ਉਹ ਸ਼ੂਦਰ ਸਮੇਤ ਅਨੇਰ ਕੁੱਪ ਨਰਕ ਵਿੱਚ ਜਾ ਪੈਂਦਾ ਹੈ। ਇਹ ਵਿਸ਼ਿਸ਼ਟ ਸੰਹਿਤਾ ਅਧਿਆਇ 18 ਵਿੱਚ ਲਿਖਿਆ ਹੈ। ਸ਼ੂਦਰ ਨੂੰ ਖਾਣ ਲਈ ਅੰਨ ਭਾਂਡੇ ਵਿੱਚ ਨਹੀਂ ਕਿੰਤੂ ਜ਼ਮੀਨ ਪਰ ਦੇਣਾ ਚਾਹੀਏ, ਕਿਉਂਕਿ ਸ਼ੂਦਰ ਔਰ ਅਤੇ ਕੁੱਤਾ ਦੋਵੇਂ ਸਮਾਨ ਹਨ। ਇਹ ਵੀ ਆਪ ਸਤੰਭ ਸਿਮਰਤੀ ਅਧਿਆਇ 9 ਵਿੱਚ ਲਿਖਿਆ ਹੈ। ਇਸ ਤਰ੍ਹਾਂ ਦੇਖੋ ਇਹ ਸ਼ੂਦਰ ਦੀ ਵਿਵਸਥਾ ਸੀ। ਸ਼ੂਦਰ ਵਾਸਤੇ ਇੱਕ ਬ੍ਰਾਹਮਣ ਨੇ ਕਿਵੇਂ ਇੱਕ ਚਲਾਕੀ ਦੇ ਨਾਲ ਇਹ ਜਿਹੜੇ ਮਨੁ ਸਿਮਰਤੀ ਹੈ ਜੇ ਕਿੰਨੇ ਧਾਰਮਿਕ ਗ੍ਰੰਥ ਆ ਉਹਨੂੰ ਇੱਕ ਸ਼ੂਦਰ ਔਰ ਵੈਸ਼ ਦਾ ਕਿੰਨਾ ਔਖਾ ਜੀਵਨ ਸੀ ਆਪਾਂ ਅੰਦਾਜ਼ਾ ਲਾ ਸਕਦੇ ਹਾਂ। ਸੋ ਇਸ ਤੋਂ ਅੰਦਾਜ਼ਾ ਲਾ ਸਕਦੇ ਆ ਵੀ ਬ੍ਰਾਹਮਣ ਔਰ ਸ਼ੂਦਰ ਦੇ ਵਿੱਚ ਜਿਹੜੀ ਇਹ ਵਿਵਸਥਾ ਸੀ, ਕਿੰਨੀ ਸ਼ੂਦਰਾਂ ਦੀ ਹਾਲਤ ਕਿੰਨੀ ਔਖੀ ਸੀ ਜੀ। ਸ਼ੂਦਰ ਵਿਚਾਰਿਆਂ ਨੂੰ ਹਰ ਪਾਸੇ ਤੋਂ ਸ਼ੂਦਰ ਇਨਸਾਨ ਤਾਂ ਲੱਗਦਾ ਨਹੀਂ ਵੀ ਇਹ ਤਾਂ ਕੁੱਤਾ ਔਰ ਸ਼ੂਦਰ ਜਾਨਵਰ ਔਰ ਜਿਹੜਾ ਉਹ ਸ਼ੂਦਰ ਜਾਤੀ ਦੀ ਇੱਕ ਜਿਹੜੀ ਹੈਗੀ ਬਣਾਈ ਗਈ ਸੀ ਉਹ ਇੱਕ ਬਰਾਬਰ ਇੱਕ ਸਮਾਨ ਮੰਨੀ ਜਾਂਦੀ ਸੀ, ਕਿਸੇ ਵੀ ਤਰ੍ਹਾਂ ਦਾ ਅਧਿਕਾਰ ਨਹੀਂ ਸੀ। ਐਸੀ ਵਿਵਸਥਾ ਦੇ ਵਿੱਚ
ਕਿਵੇਂ ਉਹ ਲੋਕ ਧਨ ਹੈ, ਕਿਵੇਂ ਉਹ ਰਹਿ ਗਏ, ਜਿੱਥੇ ਕਿ ਰਾਜਾ ਰਾਮਚੰਦਰ ਦੇ ਸਮੇਂ ਤੋਂ ਇਹ ਕੰਮ ਚੱਲਿਆ ਆ ਰਿਹਾ। ਦੇਖੋ ਉਸ ਰਾਜ ਤੋਂ ਗੱਲ ਚੱਲ ਰਹੀ ਹੈ, ਕਿਉਂਕਿ ਉਸ ਤੋਂ ਪਹਿਲਾਂ ਵਿਵਸਥਾ ਚੱਲ ਰਹੀ ਸੀ, ਪਰ ਫਿਰ ਵੀ ਜਦੋਂ ਇੱਕ ਉਹ ਜਿਹੜੀ ਹੈ ਵਾਲਮੀਕੀ ਰਾਮਾਇਣ ਦੇ ਵਿੱਚ ਜਿਹੜੀ ਲਿਖਿਆ ਹੈ ਵੀ ਸ਼ੂਦਰ ਸ਼ੰਭੁਕ ਨੂੰ ਵੀ ਰਾਮਚੰਦਰ ਜੀ ਨੇ ਉਹਨਾਂ ਦਾ ਸਿਰ ਵੱਢ ਦਿੱਤਾ ਸੀ, ਕਿਉਂਕਿ ਉਹਨਾਂ ਨੇ ਸ਼ੰਭੁਕ ਨੇ ਜਿਹੜਾ ਹੈ ਵੀ ਰੱਬ ਦਾ ਨਾਮ ਜਿਹੜਾ ਉਹ ਲੈਣਾ ਸ਼ੁਰੂ ਕਰ ਦਿੱਤਾ ਸੀ। ਉਹ ਤਪ ਕਰ ਰਿਹਾ ਸੀ, ਕਿਉਂਕਿ ਸ਼ੂਦਰ ਨੂੰ ਇਹ ਅਧਿਕਾਰ ਨਹੀਂ ਸੀ, ਇਸ ਕਰਕੇ ਉਹਦਾ ਰਾਜਾ ਸੀ ਰਾਜਾ ਰਾਮਚੰਦਰ ਜੀ, ਅਤੇ ਰਾਜੇ ਨੂੰ ਇਹ ਹੁਕਮ ਸੀ ਵੀ ਕਿ ਉਹ ਜੇ ਸ਼ੂਦਰ ਕੋਈ ਇੱਦਾਂ ਦਾ ਕੰਮ ਕਰੇ ਤਾਂ ਉਹਦਾ ਸਿਰ ਵੱਢ ਦੇਵੇ, ਇਹ ਰਾਜੇ ਨੂੰ ਅਧਿਕਾਰ ਸੀ। ਸੋ ਉਹਨਾਂ ਨੇ ਇਹ ਕੀਤਾ। ਸੋ ਇਹੋ ਜਿਹੀ ਵਿਵਸਥਾ ਸ਼ੂਦਰਾਂ ਲਈ, ਅਤੇ ਇਹਦੇ ਵਿੱਚੋਂ ਇਸ ਵਿਵਸਥਾ 'ਚੋਂ ਕੱਢਿਆ ਜੇ ਦੇਖਿਆ ਜਾਵੇ ਤਾਂ ਜੇ ਸਿੱਖੀਜ਼ਮ ਦੀ ਗੱਲ ਕਰੀਏ ਆਪਾਂ, ਉੱਥੇ ਜੇ ਸਿੱਖਾਂ ਦੇ ਨਾਲ ਬੰਦੇ ਜੁੜੇ ਨੇ, ਚਾਹੇ ਹੁਣ ਅਸੀਂ ਕਈ ਕਹਿ ਦਿੰਦੇ ਨੇ ਵੀ ਰੰਗਰੇਟੇ ਗੁਰੂ ਕੇ ਬੇਟੇ ਜਾਂ ਕੋਈ ਹੈ, ਆਪਾਂ ਉਹ ਸਾਰੇ ਬੰਦੇ ਜਿਹੜੇ ਹੈਗੇ ਆ ਜਿਨ੍ਹਾਂ ਨੂੰ ਦਬਾਇਆ ਗਿਆ ਸੀ ਸਦੀਆਂ ਤੋਂ, ਉਹ ਸਾਰੇ ਗੁਰੂ ਇੱਕ ਨਿਸ਼ਾਨ ਥੱਲੇ ਗੁਰੂ ਨਾਨਕ ਦੇਵ ਜੀ ਦੇ ਜਿਹੜਾ ਫਲਸਫਾ ਉਹਦੇ ਨੀਚੇ ਆਏ ਅਤੇ ਆ ਕੇ ਸਿੰਘ ਬਣੇ, ਅਤੇ ਉਹਨਾਂ ਨੇ ਉਹ ਕਾਰਜ ਕੀਤੇ ਜਿਹੜੇ ਦੁਨੀਆ ਦੇ ਵਿੱਚ ਜਿਨ੍ਹਾਂ ਦੀ ਮਿਸਾਲ ਨਹੀਂ ਮਿਲ ਸਕਦੀ। ਅਤੇ ਜੇ ਇਹ ਕਾਰਜ ਬ੍ਰਾਹਮਣ ਨੇ ਉਹ ਵਿਵਸਥਾ ਬਣਾਈ ਹੁੰਦੀ, ਇੱਕ ਚੰਗੀ ਵਿਵਸਥਾ ਬਣਾਈ ਹੁੰਦੀ, ਤਾਂ ਇਹ ਵਿਵਸਥਾ ਇੱਥੇ ਨਾ ਹੀ ਸਿੱਖੀਜ਼ਮ ਹੁੰਦਾ ਨਾ ਕੋਈ ਹੋਰ ਹੁੰਦਾ, ਸਾਰੇ ਰਲ ਕੇ ਚੱਲਦੇ। ਪਰ ਵਿਵਸਥਾ ਤੋਂ ਬਾਹਰ ਨਿਕਲਣ ਵਾਸਤੇ ਇਹ ਜਿਹੜਾ ਹੈ ਉੱਥੇ ਜਿਹੜਾ ਹੈ ਵਿਵਾਦ, ਉੱਥੇ ਜਿਹੜਾ ਹੈ ਸੋ ਇਸ ਵਿਵਸਥਾ ਤੋਂ ਬਾਹਰ ਨਿਕਲਣ ਵਾਸਤੇ ਹੀ ਜਿਹੜਾ ਹੈ ਸਾਰਿਆਂ ਨੇ ਇਹ ਆਪਣਾ ਰਸਤਾ ਹੋਰ ਲੱਭਿਆ, ਅਤੇ ਜਿਨ੍ਹਾਂ ਵਿੱਚੋਂ ਵੱਖ-ਵੱਖ ਧਰਮ ਜੇ ਆਪਾਂ ਕਹੀਏ ਨਿਕਲੇ ਨੇ। ਸੋ ਇਹ ਸੀ ਇਸ ਪ੍ਰੋਗਰਾਮ ਦਾ ਜਿਹੜਾ ਹੈ ਹਮ ਹਿੰਦੂ ਨਹੀਂ ਪ੍ਰੋਗਰਾਮ ਦਾ ਅੱਜ ਦਾ ਐਪੀਸੋਡ। ਇਹਦੇ ਵਿੱਚ ਅੱਜ ਇੰਨਾ ਹੀ। ਤੁਹਾਨੂੰ ਇਹ ਪ੍ਰੋਗਰਾਮ ਕਿਵੇਂ ਲੱਗਿਆ ਤੁਸੀਂ ਇਹਨੂੰ ਜ਼ਰੂਰ ਸਾਨੂੰ ਸਾਡੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸੋ, ਅਤੇ ਇਸ ਪ੍ਰੋਗਰਾਮ ਨੂੰ ਜੇ ਤੁਹਾਨੂੰ ਚੰਗਾ ਲੱਗਿਆ ਤਾਂ ਵੱਧ ਤੋਂ ਵੱਧ ਸ਼ੇਅਰ ਕਰੋ, ਤਾਂ ਜੋ ਸਾਡਾ ਜਿਹੜਾ ਇਹ ਪ੍ਰੋਗਰਾਮ ਹੈ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ। ਜਿਹੜੇ ਲੋਕ ਸਿੱਖੀਜ਼ਮ ਦੀ ਸਿੱਖ ਦੀ ਨਿਆਰੀ ਸ਼ਖਸੀਅਤ ਦਾ ਸਿੱਖ ਦੇ ਨਿਆਰੇਪਣ ਦਾ ਵਿਲੱਖਣ ਸ਼ਖਸੀਅਤ ਦਾ ਵਿਲੱਖਣਤਾ ਦਾ ਨੂੰ ਜਾਣਨਾ ਚਾਹੁੰਦੇ ਆ, ਉਹਨਾਂ ਨੂੰ ਇਹ ਪ੍ਰੋਗਰਾਮ ਜਾਂ ਇਹ ਪੁਸਤਕ ਜਿਹੜੀ ਹੈ ਹਮ ਹਿੰਦੂ ਨਹੀਂ ਜ਼ਰੂਰ ਪੜ੍ਹਨੀ ਚਾਹੀਦੀ ਹੈ। ਹਰ ਸਿੱਖ ਨੂੰ, ਹਰ ਉਸ ਬੰਦੇ ਨੂੰ ਜਿਹੜਾ ਸਿੱਖੀਜ਼ਮ ਨੂੰ ਜਾਣਨਾ ਚਾਹੁੰਦਾ ਹੈ। ਸਿੱਖ ਲਈ ਤਾਂ ਇਹ ਜ਼ਰੂਰੀ ਹੈ। ਸਾਨੂੰ ਪਤਾ ਲੱਗਦਾ ਵੀ ਸਾਡਾ ਜਿਹੜਾ ਹੈ ਸਾਡੇ ਕੀ ਸਿਧਾਂਤ ਨੇ, ਅਸੀਂ ਕਿੱਥੇ ਜਾ ਰਹੇ ਹਾਂ, ਇਹ ਬੜਾ ਜ਼ਰੂਰੀ ਹੈ। ਬੜੀ ਅੱਛੀ ਕਿਤਾਬ ਲਿਖੀ ਹੋਈ ਹੈ ਭਾਈ ਕਾਹਨ ਸਿੰਘ ਨਾਭਾ, ਔਰ ਬੜਾ ਉਹਨਾਂ ਨੇ ਰਿਸਰਚ ਕੀਤੀ ਹੈ, ਕਿਹੜੇ ਕਿਹੜੇ ਗ੍ਰੰਥ ਉਹਨਾਂ ਨੇ ਪੜ੍ਹੇ, ਜਿਨ੍ਹਾਂ ਦੇ ਨਾਮ ਮੈਂ ਪਹਿਲੀ ਵਾਰ ਪੜ੍ਹ ਰਿਹਾ ਨੇ, ਸੁਣੇ ਨੇ, ਅਤੇ ਉਹ ਗ੍ਰੰਥ ਦੇ ਵਿੱਚੋਂ ਉਹਨਾਂ ਨੇ ਪੜ੍ਹ ਕੇ ਇਹ ਕਿਤਾਬ ਇੱਕ ਸਾਡੇ ਵਾਸਤੇ ਜਿਹੜਾ ਹੈਗਾ ਇੱਕ ਕਹਿ ਲਓ ਤੁਸੀਂ ਘਿਓ, ਜਿਹੜਾ ਦੇਸੀ ਘਿਓ ਕੱਢਿਆ ਦੁੱਧ ਦੇ ਵਿੱਚੋਂ, ਜੇ ਦੇਸੀ ਘਿਓ ਕੱਢ ਕੇ ਮੱਖਣ ਕੱਢ ਕੇ ਸਾਡੇ ਸਾਹਮਣੇ ਰੱਖਿਆ, ਤਾਂ ਇਹਨੂੰ ਸਾਨੂੰ ਸਾਰਿਆਂ ਨੂੰ ਪੜ੍ਹਨਾ ਚਾਹੀਦਾ ਅਤੇ ਆਪਣੇ ਜਿਹੜਾ ਹੈ ਆਪਣੇ ਵਿਰਸੇ ਨਾਲ ਜੁੜਨਾ ਚਾਹੀਦਾ ਹੈ। ਸੋ ਅੱਜ ਦੇ ਲਈ ਇੰਨਾ ਹੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।